अस्सलाम वालेकुम। फैसलाबाद साउथ अफ्रीका वनडे मैच ਜਿਹੜਾ ਕਿ ਚੱਲਦਾ ਪਿਆ ਉਹਦੇ ਹਵਾਲੇ ਨਾਲ ਆਜੋ ਫਿਰ ਆਪਾਂ ਜਿਹੜੀ ਸ਼ਟਲ ਸਰਵਿਸ ਸ਼ਟਲ ਬੱਸ ਜਿਹੜੀ ਕਿ ਇਹ ਲੋਕ ਸਾਰੇ ਉੱਤੇ ਖੜੇ ਇੰਤਜ਼ਾਰ ਵਿੱਚ ਕਿ ਬੱਸ ਆਵੇ ਔਰ ਅਸੀਂ ਬੱਸ ਦੇ ਵਿੱਚ ਬਹਿ ਕੇ ਜਾਈਏ। ਲੋ ਇਹ ਲੋਕਲ ਬੱਸਾਂ ਜਿਹੜੀਆਂ ਕਿ ਇੰਤਜ਼ਾਮਾਤ ਕੀਤਾ ਵਾ ਗਵਰਨਮੈਂਟ ਨੇ ਔਰ ਇਹ ਬੱਸਾਂ ਦੇ ਵਿੱਚ ਬਹਿ ਕੇ ਸਟੇਡੀਅਮ ਤੱਕ ਤਾਂ ਲੈ ਕੇ ਜਾਂਦੇ ਆ ਤੇ ਆਜੋ ਅਸੀਂ ਵੀ ਬਹਿਨੇ ਆ ਸਟੇਡੀਅਮ ਪਹੁੰਚਦੇ ਆ। ਸਟੇਡੀਅਮ ਪਹੁੰਚ ਕੇ ਦੇਖਦੇ ਆ ਕਿ ਉੱਥੇ ਅੱਗੇ ਕੀ ਹਿਸਾਬ ਕਿਤਾਬ ਆ। ਆਜੋ ਸਾਡੀ ਇਹ ਟੀਮ ਤੇ ਸਾਰੀ ਆ ਗਈ ਨਾਲ ਸਾਡੇ ਨਾਲ ਆ ਗਏ ਤੇ ਲੋ ਜੀ ਅਸੀਂ ਬਹਿ ਗਏ ਆ। वकास साहब अगे आ जाओ इधर ते वकास साहब तुसी बल्कि थोड़ा जिहा नाल खड़ो इत्थे हाले लोग आ रहे जा रहे बैठ रहे हैं ते तुसी भी बह जाओ पहले ते आपां फिर गल करदे आ थोड़ा तोड़ के गड्डी बस तुरदी ना फिर तुरदे फिर तू सामने आ जा रोक दे चले मूंगफली ले इस साइड ते तुसी देखदे पे कि लोगों दा रश लगा सी ते बस दे विच बैठ गए आ और लोगों दा रश लगा होया वा लोग इंतजार विच कि ओ सब तो पहले देखो जी इत्थों चेकिंग हो रही है ਇਹ ਜਿਹੜੀ ਇੱਥੋਂ ਚੈਕਿੰਗ ਹੋ ਕੇ ਫਿਰ ਤੁਸੀਂ ਟਿਕਟ ਤੋਂ ਅੰਦਰ ਆਣਾ ਵਾ ਔਰ ਦੂਸਰੀ ਸਾਈਡ ਤੇ ਇੱਥੇ ਆ ਕੇ ਫਿਰ ਤੁਸੀਂ ਜਨਾਬ ਬੱਸ ਦੇ ਵਿੱਚ ਬਹਿਣਾ ਵਾ। ਬੱਸ ਦੇ ਵਿੱਚ ਬੈਠ ਕੇ ਜਨਾਬ ਜਿਸ ਤਰ੍ਹਾਂ ਕਿ ਲੋਕ ਆ ਰਹੇ ਜਾ ਰਹੇ ਬੱਸ ਦੇ ਵਿੱਚ ਬੈਠ ਰਹੇ ਆ ਔਰ ਤੁਸੀਂ ਵੀ ਬਿਲਕੁਲ ਇਸ ਤਰ੍ਹਾਂ ਹੀ ਬਹਿਣਾ ਵਾ। ਤੇ ਸ਼ਰੋਜ਼ ਭਾਈ ਨਾਲ ਨੇ, ਸ਼ਰੋਜ਼ ਭਾਈ ਕੋਲ ਪੁੱਛਦੇ ਆ। ਸ਼ਰੋਜ਼ ਭਾਈ ਜ਼ਰਾ ਦੱਸਿਓ ਕਿ ਤੁਸੀਂ ਵੀ ਬੱਸ ਦੇ ਵਿੱਚ ਬੈਠ ਗਏ ਹੋ ਤੇ ਤੁਸੀਂ ਤੇ ਮਾਸ਼ਾਅੱਲਾ ਰਿਕਵਰੀ ਸਾਰੀ ਕਰੋਗੇ, ਕੀ ਅਪਡੇਟ ਦਿੰਦੇ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਚੱਲ ਰਿਹਾ ਵਾ? मौसम भाई मैं समझना कि फैसलाबाद अज एक बहुत बड़ा दिन है, खास तौर पर मैच के हवाले नाल कि 17 साल बाद क्रिकेट वापस आई है फैसलाबाद और असी लोगों का जज्बा देख के बहुत ज़्यादा हैरान हो रहे हैं, खुश भी हो रहे हैं कि इतनी बड़ी तादाद लोग जोड़े ना वो मैच देखने के लिए बेताब ने और बड़ी बड़ी लंबी लंबी लाइना लगी हुई हैं। लोग अगरचे टिकट्स भी लै चुके हैं, तीनों मैचों के टिकट सेल हो गए हैं, उसके बावजूद लोग आए हुए हैं कि शायद कोई अंदर जाने का रास्ता लभ जाए, कोई अंदर चले जाइए और किस तरीके जाके अपने स्टार्स नू अपनी अखां दे सामने देख सकिए किस तरह मैच हो रहा है। क्योंकि टास हो गया है, मैच इस वेले शुरू हो चुका है तो एक लंबी कतार इस वेले असीं देख रहे हैं कि इत्थे मौजूद है ते लोग जिहड़े ना अपनी अपनी वारी का इंतजार कर रहे हैं। जिहड़ी शटल सर्विस इंतजामिया ने कही सी कि शुरू करांगे, शटल सर्विस तां नहीं शुरू कीती, एसी कोचेस ते दीगर बसां जिहड़ियां ना इन्हां ने शुरू कीतियां ते उहदे विच बंदियां नू बिठा के ते स्टेडियम लैके जा रहे हैं। ਤੁਹਾਨੂੰ ਮੈਂ ਦੱਸਾਂ ਇਹ ਜੇਲ ਰੋਡ ਤੇ ਜਾ ਕੇ ਸਾਨੂੰ ਉਤਾਰਨਗੇ, ਉੱਥੋਂ ਅਸੀਂ ਤਕਰੀਬਨ ਕੋਈ 1 ਕਿਲੋਮੀਟਰ ਪੈਦਲ ਅੰਦਰ ਜਿਹੜਾ ਨਾ ਤੁਰ ਕੇ ਜਾਵਾਂਗੇ। ਸਿਰਫ ਸਾਨੂੰ ਉੱਥੇ ਜੇਲ ਰੋਡ ਤੱਕ ਲੈ ਕੇ ਜਾਏਗੀ ਬੱਸ, ਫਿਰ ਅੱਗੇ ਅਸੀਂ ਪੈਦਲ ਹੀ ਜਾਵਾਂਗੇ ਜੀ। ਸ਼ੁਰੂ ਜ਼ਰਾ ਮੈਨੂੰ ਦੱਸੋ ਜਿਸ ਤਰ੍ਹਾਂ ਕਿ ਹੁਣ ਲੋਕਾਂ ਦਾ ਹਾਲੇ ਇਸ ਤਰ੍ਹਾਂ ਬਿਨਾਂ ਰਾਸ਼ਾ ਪਿਛਲੇ ਅਗਰ ਦੇਖੀਏ ਤੇ ਗਰਾਊਂਡ ਫੁੱਲ ਭਰਿਆ ਪਿਆ ਹਾਲੇ ਜਿਹੜੇ ਕਿ ਇਹ ਸਿਰਫ ਸਟੇਟ ਬੈਂਕ ਦੇ ਸਾਹਮਣੇ ਜਿਹੜੀ ਨਹਿਰ ਹੈ ਮਹਿਕਮਾ ਨਹਿਰ ਉਹਦੇ ਵਿੱਚ ਬੈਠੇ ਆ ਤੇ ਕਿਦੋਂ ਤੱਕ ਪਹੁੰਚਣੇ? ਮੈਨੂੰ ਤਾਂ ਲੱਗਦਾ ਮੈਚ ਮੁੱਕ ਜਾਏਗਾ ਜਿੰਨੇ ਦੇਰ ਇਹ ਪਹੁੰਚਣਗੇ। ਦੇਖੋ ਜੀ ਮੌਜ਼ਮ ਭਾਈ 3 ਇਹਨਾਂ ਨੇ ਪਾਰਕਿੰਗ ਸਟੈਂਡ ਬਣਾਇਆ, ਇੱਕ ਮਹਿਕਮਾ ਨਹਿਰ ਜਿਹਦੇ ਵਿੱਚ ਹੁਣ ਆਪਾਂ ਹੁਣ ਰਵਾਨਾ ਹੋਏ ਆ, ਇੱਕ ਹੈ एक इन्होंने नेजाबाजी ग्राउंड है जरी यूनिवर्सिटी का उत्थे बनाया ते एक धोबी घाट ग्राउंड बनाया, यानी ये जिथों भी चुकणगे ये तुहानू जेल रोड जाके उतारनगे, ठीक है, जिथे DPS स्कूल तो थोड़ा जाके ताकि फिर उत्थों भी तुसी पैदल ही जाओगे, यानी कि काफी टाइम ਇਹਦੇ ਚ ਲੱਗ ਜਾਏਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਵਾਮ ਨੂੰ ਜਿਵੇਂ ਲੈ ਕੇ ਜਾਣਗੇ ਉਤਾਰਨਗੇ ਫਿਰ ਤੁਸੀਂ ਪੈਦਲ ਜਾਓਗੇ। यानी कि अगर ਹੁਣ 3:25 ਦਾ ਟਾਈਮ ਹੈ ਤਾਂ ਤੁਸੀਂ ਸਟੇਡੀਅਮ 4 ਵਜੇ ਪਹੁੰਚੋਗੇ। ਬਿਲਕੁਲ ਇਸ ਤਰ੍ਹਾਂ ਤੁਰ ਤੁਰ ਕੇ ਵੀ ਜਾਣਾ ਪਏਗਾ, ਜਿਹੜਾ ਧੋਬੀ ਘਾਟ ਤੋਂ ਆਏਗਾ ਉਹਨੂੰ ਵੀ ਤੇ ਜਿਹੜਾ ਇੱਥੋਂ ਮਹਿਕਮਾ ਅਨਵਾਰ ਤੋਂ ਜਾ ਰਿਹਾ ਵਾ ਜਾਂ ਜਿਹੜਾ ਨਿਜ਼ਾਬਾਜ਼ੀ ਗਰਾਊਂਡ ਚ ਆ ਰਿਹਾ, ਤੇ ਮੇਰਾ ਖਿਆਲ ਹੈ ਥੋੜੀ ਜਿਹੀ ਪਲੈਨਿੰਗ ਇਹਨਾਂ ਨੂੰ ਠੀਕ ਕਰਨੀ ਚਾਹੀਦੀ ਸੀ। ਅੱਛਾ ਜਿਸ ਤਰ੍ਹਾਂ ਕਿ ਹੁਣ ਰਸ਼ ਹੈ ਜਿਹੜਾ ਬੱਸ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਰਸ਼ ਹੈਗਾ ਫਿਲਹਾਲ, ਇਹ ਹਾਲੇ ਜਾ ਰਹੇ ਆ ਤੇ ਵਾਪਸੀ ਤੇ ਇਹਨਾਂ ਦਾ ਕੀ ਬਣੇਗਾ? ਮੈਂ ਤਾਂ ਵਾਪਸੀ ਦਾ ਸੋਚ ਰਿਹਾ, ਵਾਪਸੀ ਦਾ ਕੀ ਬਣਨਾ ਇਹਨਾਂ ਦਾ? ਮੇਰਾ ਖਿਆਲ ਹੈ ਬੜਾ ਚੰਗਾ ਸਵਾਲ ਕੀਤਾ ਕਿ ਵਾਪਸੀ ਤੇ ਕੀ ਹੋਣਾ। ਦੇਖੋ ਅਸਲ ਰਸ਼ ਤੇ ਉੱਥੋਂ ਨਿਕਲਣਾ, ਜਦੋਂ ਆਵਾਮ ਨੇ ਉੱਥੋਂ ਸਟੇਡੀਅਮ ਚੋਂ ਨਿਕਲਣਾ, ਫਿਰ ਇਹ ਕਿਵੇਂ ਕੰਟਰੋਲ ਕਰਨਗੇ, ਕਿਵੇਂ ਕਿਹੜੀ ਬੱਸਾਂ ਤੇ ਕਿਵੇਂ ਲੈ ਕੇ ਆਣਗੇ, ਕਿਉਂਕਿ ਆਵਾਮ ਇੱਕ ਬੜਾ ਜਮੇ ਗਫੀਰ ਹੈ ਆਵਾਮ ਦਾ। ਅੱਜ ਫੈਸਲਾਬਾਦ ਦਾ ਸਟੇਡੀਅਮ ਜੈਮ ਪੈਕ ਹੋਏਗਾ, ਫੁੱਲ ਹੋਏਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੇਰਾ ਨਹੀਂ ਖਿਆਲ ਕਿ ਇਹ ਜਦੋਂ ਮੈਚ ਖਤਮ ਹੋਏਗਾ ਆਵਾਮ ਨੂੰ ਫਿਰ ਇੱਥੇ ਸਕੂਨ ਨਾਲ ਲੈ ਕੇ ਆਣਗੇ। ਜਿਵੇਂ ਹੁਣ ਖਵਾਰੀ ਹੋ ਰਹੀ ਹੈ, ਇਸ ਤੋਂ ਜ਼ਿਆਦਾ ਜ਼ਲੀਲ ਔਰ ਖਵਾਰ ਜਿਹੜੀ ਆਵਾਮ ਹੋਏਗੀ ਉਸ ਵੇਲੇ ਜਦੋਂ ਰਾਤ 11 ਵਜੇ ਮੈਚ ਮੁੱਕੇਗਾ। ਅੱਛਾ ਦੂਜਾ ਜ਼ਰਾ ਇਹ ਵੀ ਦੱਸ ਦਿਓ ਸ਼ਰੋਤ ਭਾਈ ਕਿ ਜਿਸ ਤਰ੍ਹਾਂ ਕਿ ਹੁਣ ਇਹ ਲੋਕਲ ਬੱਸਾਂ ਇਹਨਾਂ ਨੇ ਕਰਵਾਈਆਂ ਵੇ, ਜ਼ਾਰੀ ਗੱਲ ਇਹਦਾ ਟੈਕਸ ਵੀ ਚੰਗਾ ਭਲਾ, ਪੈਸਾ ਵੀ ਚੰਗਾ, ਫੰਡ ਵੀ ਚੰਗਾ ਭਲਾ ਹੋਣਾ ਇਹਦਾ, ਤੇ ਕਿਉਂ ਨਾ ਜਿਹੜੀ ਇਲੈਕਟ੍ਰਿਕ ਬੱਸਾਂ ਫ੍ਰੀ ਵਾਲੀਆਂ ਬੱਸਾਂ ਸੀ ਉਹਨਾਂ ਨੂੰ ਕਿਉਂ ਨਹੀਂ ਦਿੱਤੀ? ਦੇਖੋ ਇਹ ਬੜੀ ਇਹਨਾਂ ਨੇ ਅਨਾਉਂਸ ਇਹ ਕੀਤਾ ਸੀ ਕਿ ਤੁਹਾਨੂੰ ਇਲੈਕਟ੍ਰਿਕ ਬੱਸਾਂ ਤੇ ਲੈ ਕੇ ਜਾਵਾਂਗੇ। ਜਦੋਂ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਦੂਸਰੀ ਛੋਟੀ ਸ਼ਟਲ ਮੌਜੂਦ ਹੈ, ਤੇ ਫਿਰ ਕੀ ਜ਼ਰੂਰਤ ਸੀ ਉਹਨਾਂ ਨੂੰ ਇਹ ਬੱਸਾਂ ਕਰਾਉਣ ਦੀ? ਜ਼ਾਰੀ ਗੱਲ ਹੁਣ ਇਹਦਾ ਕਿਰਾਇਆ ਕਿੰਨੇ ਦੇਣਾ ਉਹ ਵੀ ਤੁਸੀਂ ਆਪਣੀ ਜੇਬ ਚੋਂ ਟੈਕਸ ਚੋਂ ਦੇਵਾਂਗੇ। ਇਹਨਾਂ ਨੇ ਅੰਦਰ ਬੱਸਾਂ ਤੁਹਾਨੂੰ ਦੇਖਿਆ ਕਿੰਨੀ ਬੜੀ ਤਾਦਾਦ ਚ ਖੜੀਆਂ ਕੀਤੀਆਂ, ਆਖਰ ਉਹਨਾਂ ਨੂੰ ਕੁਛ ਨਾ ਕੁਛ ਤੇ ਦੇਣਗੇ ਨਾ, ਉੱਤੇ ਬਿੱਲ ਵੀ ਪਾਣਗੇ ਤੇ ਜਨਾਬ ਫਿਰ ਤੁਹਾਨੂੰ ਪਤਾ ਹੈ ਕਿ ਕੰਮ ਹੋਏਗਾ ਤੇ ਪੈਸਾ ਬਣੇਗਾ। ਇਹ ਚੀਜ਼ ਤੇ ਹੈ। ਬਾਕੀ ਫੈਸਲਾਬਾਦ ਤੁਸੀਂ ਵੇਖਦੇ ਪਏ ਕਿ ਫੈਸਲਾਬਾਦ ਦੇ ਸ਼ੌਕੀਨ ਕ੍ਰਿਕਟ ਬੜੇ ਹੀ ਵੱਡੀ ਤਾਦਾਦ ਦੇ ਵਿੱਚ, ਜਿਹੜਾ ਕਿ ਮੈਂ ਇਸ ਵਕਤ ਬੱਸ ਦੇ ਵਿੱਚ ਮੈਂ ਵੀ ਬੈਠ ਕੇ ਜਾ ਰਿਹਾ, ਲੋਕਲ ਬੱਸ 'ਚ ਬੈਠ ਕੇ ਜਾ ਰਹੇ, ਕਿਉਂਕਿ ਇੱਥੋਂ ਬਹਿ ਕੇ ਹੀ ਅਸੀਂ ਅੱਗੇ ਜਾਣਾ ਵਾ। ਔਰ ਜਿਹੜੀ ਸਾਈਡ ਤੇ ਵੇਖੋਗੇ ਰਸ਼ ਹੀ ਰਸ਼, ਹਰ ਪਾਸੇ ਆਵਾਮ ਦਾ ਰਸ਼ ਬਹੁਤ ਜ਼ਿਆਦਾ ਵਾ।
ਕਿ ਆਪਣੇ ਸ਼ੌਕੀਨ ਜਿਹੜੇ ਆ ਕ੍ਰਿਕਟ ਦੇ ਸ਼ੌਕੀਨ ਜਾ ਰਹੇ ਆ ਔਰ ਸਟੇਡੀਅਮ ਪਹੁੰਚਣਗੇ। ਸਟੇਡੀਅਮ ਪਹੁੰਚ ਕੇ ਬਾਕੀ ਜਿਹੜੀ ਵੀ ਅਪਡੇਟ ਆਪਾਂ ਉੱਥੇ ਜਾ ਕੇ ਦੇਵਾਂਗੇ। ਬਾਕੀ ਇਹ ਗੱਲ ਆ ਕਿ ਬੱਸ ਦੇ ਵਿੱਚ ਰਸ਼ ਬਹੁਤ ਜ਼ਿਆਦਾ ਵਾ, ਲੋਕ ਟਿਕਟਾਂ ਲੈ ਕੇ ਹੀ ਇੱਥੇ ਬੱਸ ਦੇ ਵਿੱਚ ਆ ਰਹੇ। ਇਸ ਤੋਂ ਇਲਾਵਾ ਕਿਸੇ ਨੂੰ ਕੋਈ ਸ਼ਟਲ ਸਰਵਿਸ ਨਹੀਂ, ਕੋਈ ਫ੍ਰੀ ਸ਼ਟਲ ਸਰਵਿਸ ਤੇ ਹੈ ਵਾ ਲੇਕਿਨ ਆਵਾਮ ਵਾਸਤੇ ਫ੍ਰੀ ਆ, ਸਰਕਾਰ ਦੇ ਵਿੱਚੋਂ ਪੈਸਾ ਜਾਣਾ ਵਾ, ਉਹਨਾਂ ਦਾ ਕੀ ਬਣੇਗਾ। ਬਾਕੀ ਖੈਰ ਸਟੇਡੀਅਮ ਪਹੁੰਚਦੇ ਆ, ਸਟੇਡੀਅਮ ਪਹੁੰਚ ਕੇ ਆਪਾਂ ਉੱਥੇ ਜਾ ਕੇ ਇੰਜੋਏ ਕਰਦੇ ਆ ਸਾਰੇ। ਲਾਓ ਮਿਲ ਕੇ ਨਾਰਾ ਪਾਕਿਸਤਾਨ ਜ਼ਿੰਦਾਬਾਦ।